ਹੁੰਦੀ ਹੈ ਕਿਸੇ ਵੀ ਚੰਗੀ ਦੇਸ਼ ਦੇ ਵਿੱਚ ਜਾਂ ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਰਿਸਰਚ ਇੰਸਟੀਚਿਊਟ ਦੇ ਵਿੱਚ, ਉਹ ਬਹੁਤ ਜਲਦੀ ਹੀ ਕਿਸਾਨਾਂ ਤੱਕ ਪਹੁੰਚ ਜਾਂਦੀ ਹੈ। ਸਾਡੇ ਮਾਧਿਅਮ ਟੀਵੀ ਹੈ, ਅਸੀਂ ਬੈਠੇ ਹਾਂ, ਅਸੀਂ ਗੱਲਾਂ ਕਰ ਰਹੇ ਹਾਂ, ਸਾਡੇ ਜਿਹੜੇ ਦਰਸ਼ਕ ਸੁਣ ਰਹੇ ਆ ਕਿ ਟੈਕਨੋਲੋਜੀ ਕੀ ਹੈ, ਕਿਸ ਤਰ੍ਹਾਂ ਪਹੁੰਚ ਰਹੀ ਹੈ। ਇਸੇ ਤਰ੍ਹਾਂ ਰਿਸਰਚ ਇੰਸਟੀਚਿਊਟਸ ਆ, ਜਿਹੜੀਆਂ ਯੂਨੀਵਰਸਿਟੀਆਂ, ਖੇਤੀਬਾੜੀ ਯੂਨੀਵਰਸਿਟੀਆਂ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਆ, ਉਹ ਐਗਰੀਕਲਚਰ ਐਕਸਟੈਂਸ਼ਨ ਦੇ ਮਾਧਿਅਮ ਦੇ ਥਰੂ ਆਪਣੇ ਕਿਸਾਨਾਂ ਤੱਕ ਜਿਹੜੀਆਂ ਚੀਜ਼ਾਂ ਪਹੁੰਚਾਉਂਦੀਆਂ। ਹਾਂਜੀ, ਜਿਹੜਾ ਫਰਕ ਹੈ ਉਹ ਇਹ ਹੈਗਾ ਕਿ ਸਾਡੇ ਜਿਹੜੇ ਕਿਸਾਨ ਆ ਉਹ ਖੇਤੀਬਾੜੀ ਨੂੰ ਪੂਰਾ ਧੰਦੇ ਦੀ ਤਰ੍ਹਾਂ ਨਹੀਂ ਲੈਂਦੇ। ਇਹ ਸਿਰਫ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੀ ਹੈ ਕਿ ਸਿਰਫ ਅਸੀਂ ਪੰਜਾਬ ਦੀ ਗੱਲ ਨਾ ਕਰਕੇ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਤੇ ਕਿਸਾਨ ਜਿਹੜਾ ਆ ਉਹ ਅਜੇ ਵੀ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੀ ਸਮਝ ਕੇ ਬੈਠਾ ਹੈ ਕਿ ਖੇਤੀਬਾੜੀ ਕਰਨੀ ਹੈ। ਕਹਿਣ ਦਾ ਭਾਵ ਇਹ ਹੋਇਆ ਕਿ ਉਹਨਾਂ ਨੂੰ ਜਾਗਰੂਕਤਾ ਦੀ ਜ਼ਰੂਰਤ ਹੈ ਕਿ ਉਹ ਜਾਗਣ ਤੇ ਉਹ ਇਹ ਸੋਚਣ ਕਿ ਅਸੀਂ ਸਿਰਫ ਇਹਨੂੰ ਜ਼ਿੰਦਗੀ ਇਸ ਤਰ੍ਹਾਂ ਜਿਉਣੀ ਨਹੀਂ ਹੈਗੀ, ਕਿ ਕਿਸ ਤਰ੍ਹਾਂ ਇਸ ਅਸੀਂ ਧੰਦੇ ਦੇ ਵਿੱਚੋਂ ਅਸੀਂ ਵਧੀਆ ਤਰੀਕੇ ਨਾਲ ਆਪਣੀ ਆਰਥਿਕ ਹਾਲਤ ਨੂੰ ਹੋਰ ਉੱਚੇ ਸਤਰ ਦੇ ਉੱਤੇ ਸੁਧਾਰ ਸਕਦੇ ਹਾਂ। ਤੇ ਅਸੀਂ ਇਸ ਫਰਕ ਨੂੰ ਦੂਰ ਕਰਨ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਹਾਂ ਮਨਦੀਪ ਜੀ? ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸ਼ੁਰੂ ਤੋਂ ਵੀ ਕੀਤੀ ਹੈ ਕਿ ਜਿਹੜੀ ਜਾਗਰੂਕਤਾ ਲਿਆਉਣ ਦੇ ਲਈ ਕੀ ਕੀਤਾ ਜਾ ਸਕਦਾ। ਜਾਗਰੂਕਤਾ ਲਿਆਉਣ ਦੇ ਲਈ ਇਸੇ ਤਰ੍ਹਾਂ ਹੀ ਹੈ ਕਿ ਜਿਹੜੀ ਸਾਡਾ ਨੌਲੇਜ ਡਿਸੈਮੀਨੇਸ਼ਨ, ਜਿਹਨੂੰ ਜਿਹੜੀ ਸਾਡਾ ਨੌਲੇਜ ਨੂੰ ਸਪਰੈਡ ਕਰਨਾ ਹੈ ਜਾਂ ਸਾਡੇ ਕਿਸਾਨਾਂ ਤੱਕ ਪਹੁੰਚਾਉਣਾ ਹੈ, ਉਹਦੇ ਲਈ ਇਫੈਕਟਿਵ ਜਿਹੜੇ ਆ ਤਰੀਕੇ ਆ ਉਹ ਵਰਤੇ ਜਾ ਸਕਣ, ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਜਿਨ੍ਹਾਂ ਤਰੀਕਿਆਂ ਦੇ ਨਾਲ ਅਸੀਂ ਆਪਣੀ ਖੇਤੀ ਨੂੰ ਵਧਾ ਸਕਦੇ, ਵਧੀਆ ਤਰੀਕੇ ਨਾਲ ਕਰ ਸਕਦੇ। ਜਿਸ ਤਰ੍ਹਾਂ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਾਫੀ ਕਿਸਾਨ ਜਿਹੜੇ ਜਾਗਰੂਕ ਹੋ ਗਏ ਆ ਜੈਵਿਕ ਖੇਤੀ ਦੇ ਲਈ। ਜੈਵਿਕ ਖੇਤੀ ਦੀ ਗੱਲ ਮੈਂ ਜ਼ਰੂਰ ਕਰਨਾ ਚਾਹੁੰਦਾ ਇਸ ਜਗ੍ਹਾ ਦੇ ਉੱਤੇ ਕਿ ਜੈਵਿਕ ਖੇਤੀ ਇੱਕ ਇਸ ਤਰ੍ਹਾਂ ਦੀ ਖੇਤੀ ਹੈ ਜਿਹਦੇ ਵਿੱਚ ਅਸੀਂ ਆਪਣੀ ਜਿਹੜੀ ਫਾਰਮਿੰਗ ਹੈ, ਜਿਹੜੀ ਖੇਤੀ ਹੈ, ਉਹਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਜਿਹਦੇ ਵਿੱਚ ਸਾਡਾ ਖਰਚਾ ਘੱਟ ਆਉਂਦਾ ਹੈ ਤੇ ਸਾਨੂੰ ਜਿਹੜਾ ਆਮਦਨ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਹੋ ਰਹੀ ਹੈ। ਤੇ ਜੇ ਸਰ ਅਸੀਂ ਮਨਦੀਪ ਜੀ ਅਸੀਂ ਗੱਲ ਕਰੀਏ ਜੈਵਿਕ ਖੇਤੀ ਦੇ ਵਿੱਚ ਖਾਦਾਂ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ? ਜੀ ਬਿਲਕੁਲ, ਇਹ ਬਹੁਤ ਵਧੀਆ ਕੁਐਸਚਨ ਹੈ ਜੀ ਤੁਹਾਡਾ। ਖਾਦਾਂ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ? ਜਿਹੜੀ ਸਾਡੀ ਖੇਤੀ ਹੈ, ਮੈਂ ਇਹਨੂੰ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੁੰਦਾ, ਇਹਨੂੰ ਖੋਲ ਕੇ ਵਿਸਥਾਰ ਨਾਲ ਸਮਝਾਉਣਾ ਚਾਹੁੰਦਾ ਕਿ ਇਸ ਪ੍ਰਿਥਵੀ ਦੇ ਉੱਤੇ 3 ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਜੀਂਦੀਆਂ ਆ, ਜਿਨ੍ਹਾਂ ਦੇ ਵਿੱਚ ਇੱਕ ਇਨਸਾਨ, ਇੱਕ ਪੌਦੇ ਆ ਤੇ ਇੱਕ ਜਾਨਵਰ ਹੈ। ਸੋ ਇਹਨਾਂ ਤਿੰਨਾਂ ਨੂੰ ਆਪਣਾ ਜ਼ਿੰਦਗੀ ਨੂੰ ਜੀਣ ਦੇ ਲਈ 3 ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਨੰਬਰ ਹੁੰਦਾ 15, 16 ਤੇ 17। ਜਿਹੜੇ ਪੌਦੇ ਆ ਉਹਨਾਂ ਨੂੰ 15 ਤੱਤ ਚਾਹੀਦੇ ਆ, ਜਿਹੜੇ ਜਾਨਵਰ ਆ ਉਹਨਾਂ ਨੂੰ 16 ਤੱਤ ਚਾਹੀਦੇ ਆ, ਤੇ ਜਿਹੜੇ ਇਨਸਾਨ ਆ, ਜਿਹੜੇ ਹਿਊਮਨ ਬੀਇੰਗ ਆ ਜਿਸ ਤਰ੍ਹਾਂ ਅਸੀਂ ਆ, ਇਹਨਾਂ ਨੂੰ 17 ਤੱਤ ਚਾਹੀਦੇ ਹੁੰਦੇ ਆ। ਸੋ ਜਿਹੜੇ 15 ਤੱਤ ਪੌਦਿਆਂ ਨੂੰ ਆਪਣੀ ਵਧਣ ਫੁੱਲਣ ਦੀ ਲਈ ਚਾਹੀਦੇ ਹੁੰਦੇ ਆ, ਉਹਨਾਂ ਦੀ ਪ੍ਰੋਪਰ ਜਿਹੜੀ ਮਾਤਰਾ ਆ, ਜਿਹੜੀ ਸਹੀ ਮਾਤਰਾ ਆ, ਉਹਨਾਂ ਨੂੰ ਮਿਲਦੀ ਰਹੇ ਤਾਂ ਜੋ ਵਧਣ ਫੁੱਲਣ ਸਹੀ ਤਰੀਕੇ ਨਾਲ ਤਾਂ ਹੀ ਆਪਣੀ ਜਿਹੜਾ ਝਾੜ ਵੱਧ ਤੋਂ ਵੱਧ ਦੇ ਸਕਣਗੇ। ਸੋ ਤੁਸੀਂ ਕੁਐਸਚਨ ਕੀਤਾ ਸੀਗਾ ਜੈਵਿਕ ਖੇਤੀ ਦੇ ਵਿੱਚ ਇਹਨਾਂ ਖਾਦਾਂ ਦਾ ਕੀ ਪ੍ਰਭਾਵ ਹੈ। ਖਾਦਾਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਵਰਤਦੇ ਆ, ਜਿਸ ਤਰ੍ਹਾਂ ਯੂਰੀਆ ਹੈ ਜਿਹੜੀ ਨਾਈਟ੍ਰੋਜਨ ਦਿੰਦੀ ਹੈ, DAP ਹੈ ਨਾਈਟ੍ਰੋਜਨ ਤੇ ਜਿਹੜੀ ਆ ਡਾਈਮੋਨੀਅਮ ਫਾਸਫੇਟ ਹੈਗੀ ਹੈ, ਫਾਸਫੋਰਸ ਦਿੰਦੀ ਹੈ ਨਾਲ। ਉਸ ਤੋਂ ਬਾਅਦ ਸਾਡੇ ਕੋਲ ਪੋਟਾਸ਼ੀਅਮ ਹੈ, MOP ਜਿਹਨੂੰ ਕਹਿ ਦਿੰਦੇ ਆ। ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਸਾਡੇ ਕੋਲ ਬਦਲ ਅਵੇਲੇਬਲ ਹੈਗੇ ਮਾਰਕੀਟ ਦੇ ਵਿੱਚ। ਤੇ ਅਸੀਂ ਕੀ ਕੀਤਾ ਪਿਛਲੇ 20 ਸਾਲਾਂ ਦੇ ਦੌਰਾਨ, ਆਪਣੀ ਜਿਹੜੀ ਉਤਪਾਦਕਤਾ ਵਧਾਉਣ ਦੇ ਲਈ ਅਸੀਂ ਵੱਧ ਤੋਂ ਵੱਧ ਇਹਨਾਂ ਖਾਦਾਂ ਦੀ ਵਰਤੋਂ ਕੀਤੀ। ਯੂਰੀਆ ਨੂੰ ਬਹੁਤ ਜ਼ਿਆਦਾ ਵਰਤਿਆ, ਡਾਈ ਨੂੰ ਬਹੁਤ ਜ਼ਿਆਦਾ ਵਰਤਿਆ, ਪੋਟਾਸ਼ ਨੂੰ ਬਹੁਤ ਜ਼ਿਆਦਾ ਵਰਤਿਆ। ਸੋ ਇਹਦੇ ਨਾਲ ਕੀ ਹੋਇਆ, ਜਿਹੜੀ ਛੋਟੇ ਤੱਤਾਂ ਦੀ ਕਮੀ ਸਾਡੇ ਜ਼ਮੀਨਾਂ ਦੇ ਵਿੱਚ ਆ ਗਈ, ਉਹ ਦੂਰ ਹੋ ਸਕਦੀ ਹੈ। ਉਹਨੂੰ ਦੂਰ ਕਰਨ ਦਾ ਤਰੀਕਾ ਕੀ ਹੈ ਕਿ ਜਿਹੜਾ ਅਸੀਂ ਮਲਣ, ਜਿਹੜੀ ਅਸੀਂ ਰੂੜੀ ਖਾਦ ਇਸ ਜ਼ਮਾਨੇ ਦੇ ਵਿੱਚ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਵਰਤਦੇ ਸੀ। ਅੱਜ ਜੇ ਕਿਸਾਨਾਂ ਦੇ ਲੈਵਲ ਤੇ ਜਾ ਕੇ ਗੱਲ ਕਰੀਏ ਤੇ ਕਿਸਾਨ ਇਹਨਾਂ ਚੀਜ਼ਾਂ ਨੂੰ ਵਰਤਣਾ ਘੱਟ ਕਰ ਗਏ ਆ ਜਾਂ ਖਤਮ ਹੀ ਕਰ ਗਏ ਆ। ਬਹੁਤ ਸਾਰੇ ਕਿਸਾਨ ਤੁਹਾਨੂੰ ਮਿਲਣਗੇ ਕਿ ਜਿਹੜੇ ਰੂੜੀ ਦੀ ਖਾਦ, ਜੇ ਗੱਲ ਕਰੀਏ ਰੂੜੀ ਦੀ ਖਾਦ ਪਾਉਂਦੇ ਹੋ ਤੇ ਕਹਿੰਦੇ ਰੂੜੀ ਦੀ ਖਾਦ ਪਾਉਣਾ ਸਾਨੂੰ ਬੜਾ ਔਖਾ ਲੱਗਦਾ, ਕਿਉਂਕਿ ਇਹ ਬੜਾ ਵੱਡਾ ਕੰਮ ਹੁੰਦਾ। ਪਹਿਲਾਂ ਰੂੜੀ ਸੰਭਾਲੋ, ਫਿਰ ਉਹਨੂੰ ਸਾਂਭ ਸੰਭਾਲ ਕਰਨ ਤੋਂ ਬਾਅਦ ਉਹਨੂੰ 3 ਮਹੀਨਿਆਂ ਬਾਅਦ ਆਪਣੀ ਖੇਤ ਦੇ ਵਿੱਚ ਸੁੱਟੋ, ਫਿਰ ਉਹਦੇ ਗਲਣ ਚੜਨ ਦਾ ਇੰਤਜ਼ਾਰ ਕਰੋ ਤੇ ਫਿਰ ਜਾ ਕੇ ਸਾਨੂੰ। ਪਰ ਇਹਦਾ ਬਹੁਤ ਵੱਡਾ ਜਿਹੜਾ ਫਾਇਦਾ ਹੁੰਦਾ, ਜਿਹੜੀ ਸਾਡੀ ਮਿੱਟੀ ਹੈ ਇਹਦੇ ਵਿੱਚ ਜੈਵਿਕ ਮਾਦਾ ਹੁੰਦਾ, ਜਿਹੜਾ ਕਿ ਸਾਡੇ ਪੌਦਿਆਂ ਨੂੰ ਵਧਣ ਫੁੱਲਣ ਦੇ ਲਈ ਇੱਕ ਵਧੀਆ ਮੀਡੀਅਮ, ਵਧੀਆ ਕਲਚਰ ਪ੍ਰਦਾਨ ਕਰਦਾ ਹੈ। ਉਹ ਦਿਨ ਬ ਦਿਨ ਸਾਡਾ ਦਿਨ ਘਟਦਾ ਜਾ ਰਿਹਾ ਮਿੱਟੀ ਦੇ ਵਿੱਚੋਂ। ਸੋ ਜਿੱਥੋਂ ਤੱਕ ਸਵਾਲ ਹੈ ਡਾਈ ਜਾਂ ਆਪਣੀ ਯੂਰੀਆ ਜਾਂ ਪੋਟਾਸ਼ ਨੂੰ ਵਰਤਣ ਦਾ, ਡੈਫੀਨੇਟਲੀ ਉਹ ਸਾਨੂੰ ਵਰਤਣੀ ਪਊਗੀ ਜੇ ਅਸੀਂ ਆਪਣਾ ਜਿਹੜਾ ਝਾੜ ਹੈ ਉਹ ਮੇਨਟੇਨ ਕਰਨਾ ਹੈ, ਉਹਨੂੰ ਆਪਣੀ ਸਹੀ ਜਗ੍ਹਾ ਦੇ ਉੱਤੇ ਰੱਖਣਾ ਹੈ। ਪਰ ਉਹਦੇ ਨਾਲ ਸਾਨੂੰ ਰੂੜੀ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਇਹਦੇ ਵਿੱਚ ਇੰਟੀਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ, ਜਿਹਨੂੰ INM ਪ੍ਰੋਗਰਾਮ ਜਾਂ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਜਿਹੜੇ ਆ ਕੀਟਨਾਸ਼ਕ ਵਰਤਦੇ ਆ, ਉਹਨਾਂ ਨੂੰ ਕੀਟਨਾਸ਼ਕਾਂ ਨੂੰ, ਜਿਹੜੇ ਕੈਮੀਕਲ ਕੀਟਨਾਸ਼ਕ ਵਰਤਦੇ ਉਹਨਾਂ ਨੂੰ ਘਟਾ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਅਸੀਂ ਕੁਝ ਨੈਚੁਰਲ, ਕੁਝ ਜੈਵਿਕ ਜਿਹੜੇ ਕੀਟਨਾਸ਼ਕ ਉਹ ਵਰਤ ਸਕਦੇ ਆ। ਇਸੇ ਤਰ੍ਹਾਂ ਜਿਹੜੀਆਂ ਖਾਦਾਂ ਆ
ਜਿਹੜੇ ਕੈਮੀਕਲ ਫਰਟੀਲਾਈਜ਼ਰ ਆ, ਜਿਸ ਤਰ੍ਹਾਂ ਯੂਰੀਆ ਜਿੱਥੋਂ ਤੁਹਾਨੂੰ ਨਾਈਟ੍ਰੋਜਨ ਮਿਲਦੀ ਹੈ, ਡਾਈ ਹੈ ਜਿਸੋਂ ਤੁਹਾਨੂੰ ਨਾਈਟ੍ਰੋਜਨ ਤੇ ਆਪਣੀ ਫਾਸਫਰਸ ਦੋਨੋਂ ਮਿਲਦੀਆਂ, ਤੇ ਨਾਲ ਜਿਹੜੀ ਮਨਦੀਪ ਜੀ, ਪਰ ਇਸ ਗੱਲ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜੀ ਜਾਗਰੂਕਤਾ ਹੈ, ਜਿੰਨੀ ਜਾਗਰੂਕਤਾ ਵਧੇਗੀ ਕਿਸਾਨ ਵੀਰਾਂ ਦੇ ਵਿੱਚ, ਉਨਾ ਹੀ ਉਹਨਾਂ ਦਾ ਉਤਪਾਦ ਜਿਹੜਾ ਹੈ ਵਧੇਗਾ। ਜਿੰਨਾ ਉਤਪਾਦ ਵਧੇਗਾ, ਉਨਾ ਹੀ ਉਹਨਾਂ ਦੀ ਆਰਥਿਕ ਸਥਿਤੀ ਹੈ ਉਨੀ ਹੀ ਜ਼ਿਆਦਾ ਵਧੀਆ ਹੋ ਸਕੇਗੀ। ਜਿੱਦਾਂ ਮਨਦੀਪ ਜੀ ਅਸੀਂ ਗੱਲ ਕਰ ਰਹੇ ਸੀਗੇ, ਪਹਿਲਾਂ ਅਸੀਂ ਖੇਤੀਬਾੜੀ ਦੇ ਬਾਰੇ ਗੱਲ ਕੀਤੀ, ਫਰਕ ਦੇ ਬਾਰੇ ਗੱਲ ਕੀਤੀ, ਫਿਰ ਅਸੀਂ ਜਿਹੜੀ ਜੈਵਿਕ ਖੇਤੀ ਦੇ ਬਾਰੇ ਗੱਲ ਕੀਤੀ, ਆਰਗੈਨਿਕ ਫਾਰਮਿੰਗ ਜਿਹੜੀ ਹੈ, ਤੇ ਉਹਦੇ ਵਿੱਚ ਖਾਦਾਂ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਹੁੰਦਾ ਉਹਦੇ ਬਾਰੇ ਤੇ ਚਰਚਾ ਕੀਤੀ। ਪਰ ਕਿਸਾਨ ਇਹ ਸਾਰੇ ਦੌਰ ਚੋਂ ਤਾਂ ਨਿਕਲ ਜਾਂਦਾ ਹੈ, ਚਾਹੇ ਉਹ ਮੁਸ਼ਕਿਲਾਂ ਦੇ ਨਾਲ ਹੀ ਨਿਕਲਦਾ ਹੈ, ਉਹਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਐਂਡ 'ਚ ਜਾ ਕੇ ਜਦੋਂ ਗੱਲ ਖਤਮ ਹੋਣ ਤੇ ਆਉਂਦੀ ਹੈ, ਉਹ ਆਉਂਦੀ ਹੈ ਮੰਡੀਕਰਨ ਦੇ ਉੱਤੇ। ਮੰਡੀਕਰਨ ਇੱਕ ਇੰਨਾ ਵੱਡਾ ਮੁੱਦਾ ਬਣ ਜਾਂਦਾ ਹੈ। ਉਹ ਕਹਿੰਦਾ ਮੈਂ ਸਾਰਾ ਸਾਲ ਮਿਹਨਤ ਕਰਦਾ ਇੱਕ ਫਸਲ ਦੇ ਉੱਤੇ ਮਿਹਨਤ ਕਰਦਾ ਕਿ ਮੈਂ ਆਪਣੀ ਆਰਥਿਕ ਹਾਲਤ ਨੂੰ ਠੀਕ ਕਰ ਸਕਾਂ, ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇ ਸਕਾਂ ਜਾਂ ਰੋਟੀ ਪਾਣੀ ਦੇ ਸਕਾਂ, ਪਰ ਐਂਡ 'ਚ ਆ ਕੇ ਉਹਨੂੰ ਫਿਰ ਉਹਨਾਂ ਮੁਸ਼ਕਿਲਾਂ ਦਾ ਹੀ ਸਾਹਮਣਾ ਕਰਨਾ ਪੈਂਦਾ। ਜਿਹੜਾ ਮੰਡੀਕਰਨ ਹੈ ਇੰਨਾ ਵੱਡਾ ਇਸ਼ੂ ਬਣ ਜਾਂਦਾ ਐਂਡ ਦੇ ਵਿੱਚ ਆ ਕੇ, ਇਹਨੂੰ ਕਿਸ ਤਰ੍ਹਾਂ ਹੈਂਡਲ ਜਿਹੜੇ ਸਾਡੇ ਕਿਸਾਨ ਵੀ ਨੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਨੇ? ਦੇਖੋ ਜੀ, ਮੰਡੀਕਰਨ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਜੀ, ਜਿਹਦੇ ਕਰਕੇ ਸਾਡਾ ਕਿਸਾਨ ਜਿਹੜਾ ਆ ਉਹ ਉਤਪਾਦ ਦਾ ਜਿਹੜਾ ਮੁੱਲ ਹੈ ਉਹਦੇ ਤੱਕ ਉਹਨਾਂ ਜਿਹੜਾ ਵੇਦਾ ਅਸੀਂ ਗੱਲ ਕਰੀਏ ਸਵੇਰੇ ਜਦੋਂ ਮੰਡੀ ਜਾਈਏ